ਹੈਲੋ ਸਟੂਡੈਂਟਸ। ਅੱਜ ਜਿਹੜਾ ਆਪਾਂ ਚੈਪਟਰ ਕਰਨਾ ਹੈ ਉਹ ਹੈ ਦੁਸ਼ਮਣ ਇਕਾਂਗੀ ਦੇ ਜਿਹੜੇ ਆ ਆਪਣੇ ਵਰਕਬੁੱਕ ਵਾਲੇ ਕੁਐਸਚਨ ਆਨਸਰ ਜਿਹੜੇ ਹੈਗੇ ਆ ਉਹ ਕਰਨੇ ਆ। ਜਿਹੜਾ ਇਹਦਾ ਫਸਟ ਪੈਰਾਗ੍ਰਾਫ ਹੈ ਜਿਹਦੇ 'ਚ ਵਰਕਬੁੱਕ ਦੇ ਵਿੱਚ ਬਟਾ ਅਭਿਆਸ ਲਿਖਿਆ ਹੋਇਆ ਹੈ ਨਾ, ਉਹ ਸੋਲਵਡ ਆ। ਆਪਾਂ ਜਿਹੜਾ ਕਰਨਾ ਹੈ ਉਹ ਅਨਸੋਲਵਡ ਪੈਰਾਗ੍ਰਾਫ ਹੈ। ਪੇਜ ਨੰਬਰ ਹੈ 196, ਅਨਸੋਲਵਡ ਪੈਰਾਗ੍ਰਾਫ ਹੈ, ਠੀਕ ਹੈ, ਜਿਹਦੇ ਵਿੱਚ ਲਿਖਿਆ ਹੈ ਕਿ ਵਿਦਿਆਰਥੀ ਆਪ ਹੱਲ ਕਰਨ, ਉਹ ਵਾਲਾ, ਠੀਕ ਹੈ। ਸੋ ਇਹ ਵਾਲਾ ਪੈਰਾਗ੍ਰਾਫ ਵਰਕਬੁੱਕ ਦੇ ਵਿੱਚ 196 ਪੇਜ ਨੰਬਰ 'ਤੇ ਸਟਾਰਟ ਕਰਦੇ ਹਾਂ ਬੱਚੇ। ਪਹਿਲਾਂ ਲਾਈਨਾਂ ਪੜ੍ਹਦੇ ਹਾਂ। ਬਿਮਲਾ, ਕੱਲ੍ਹ ਮੈਂ ਤੁਹਾਡੀ ਹੱਟੀਓਂ 50 ਰੁਪਇਆਂ ਦਾ ਆਟਾ ਮੰਗਵਾਇਆ ਸੀ। ਉਹਦੇ ਵਿੱਚ ਤਾਂ ਇਉਂ ਮਾਲੂਮ ਹੁੰਦਾ ਜਿਵੇਂ ਦੁੱਧ ਪੱਥਰੀ ਮਿਲੀ ਹੁੰਦੀ ਹੈ। ਬਿਮਲਾ ਇਹ ਸ਼ਬਦ ਕਿਸ ਨੂੰ ਅਤੇ ਕਦੋਂ ਕਹਿ ਰਹੀ ਹੈ? ਠੀਕ ਹੈ। ਜੇਕਰ ਬੇਟਾ ਆਪਾਂ ਤੁਹਾਡੀ ਇਕਾਂਗੀ ਦੇਖੀਏ ਤਾਂ ਇਹ ਜਿਹੜੀਆਂ ਲਾਈਨਾਂ ਹੈ ਨਾ, ਜਿਹੜੀਆਂ ਆਪਾਂ ਨੂੰ ਵਰਕਬੁੱਕ ਦੇ ਵਿੱਚ ਦਿੱਤੀਆਂ ਗਈਆਂ ਆ, ਇਹ ਇਕਾਂਗੀ ਦੇ ਨਾ ਅੰਤ 'ਤੇ ਆਉਂਦੀਆਂ। ਲਾਸਟ ਜਿੱਥੇ ਤੁਹਾਡੀ ਇਕਾਂਗੀ ਜਿਹੜੀ ਹੈ ਨਾ ਖਤਮ ਹੁੰਦੀ ਹੈ, ਉੱਥੇ ਇਸ ਤਰ੍ਹਾਂ ਆਉਂਦੀਆਂ ਨੇ। ਆ ਦੇਖੋ, ਤੁਹਾਡੀ ਜਿਹੜੀ ਲੈਸਨ ਵਾਲੀ ਬੁੱਕ ਹੈ ਨਾ, ਜਿਹ 'ਚ ਦੁਸ਼ਮਣ ਇਕਾਂਗੀ ਦਿੱਤੀ ਹੋਈ ਹੈ ਨਾ, ਉਹਦੇ ਵਿੱਚ ਪੇਜ ਨੰਬਰ 46 ਦੇ ਉੱਪਰ ਜਿਹੜੀਆਂ ਨਾ ਇਹ ਤੁਹਾਨੂੰ ਜਿਹੜਾ ਹੈ 17 ਮਿਲਣਗੀਆਂ, ਜਿਹੜੀਆਂ ਤੁਹਾਡੀਆਂ ਵਰਕਬੁੱਕ ਦੇ ਵਿੱਚ ਦਿੱਤੀਆਂ ਹੈ। ਦੇਖੋ, ਬਿਮਲਾ ਕਹਿੰਦੀ ਨਾ ਕੱਲ੍ਹ ਮੈਂ ਤੁਹਾਡੀ ਹੱਟੀਓਂ 50 ਰੁਪਇਆਂ ਦਾ ਆਟਾ ਮੰਗਵਾਇਆ ਸੀ, ਠੀਕ ਹੈ। ਇਸ ਤੋਂ ਉੱਪਰ ਦੇਖੋ ਰਘੁਨਾਥ ਦਾ ਪੁਆਇੰਟ ਆ, ਠੀਕ ਹੈ, ਕਿਉਂ, ਕੀ ਗੱਲ ਹੈ। ਸੋ ਇਹਦੇ 'ਚ ਸਾਨੂੰ ਪਹਿਲਾਂ ਉਹਨਾਂ ਨੇ ਕੁਐਸਚਨ ਪੁੱਛਿਆ ਕਿ ਬਿਮਲਾ ਇਹ ਸ਼ਬਦ ਜਿਹੜੇ ਆ ਕਿਸ ਨੂੰ ਅਤੇ ਕਦੋਂ ਕਹਿ ਰਹੀ ਹੈ। ਸੋ ਬਿਮਲਾ ਨੇ ਇਹ ਸ਼ਬਦ ਕਿਸ ਨੂੰ ਕਹੇ ਆ? ਰਘੁਨਾਥ ਨੂੰ ਕਹੇ ਆ, ਆਪਣੇ ਜੀਜੇ ਰਘੁਨਾਥ ਨੂੰ ਕਹੇ ਆ। ਕਦੋਂ ਕਹਿ ਰਹੀ ਆ? ਕਦੋਂ ਕਹਿ ਰਹੀ ਆ? ਜਦੋਂ ਉਹ ਆਪਣੇ ਜੀਜੇ ਦੇ ਘਰ ਰਘੁਨਾਥ ਆਟੇ ਦਾ ਉਲਾਂਭਾ ਦੇਣ ਦੇ ਲਈ ਆਂਦੀ ਹੈ, ਠੀਕ ਹੈ। ਔਰ ਅੱਗੋਂ ਜਿਹੜਾ ਹੈ ਉਹਨੂੰ ਜਦੋਂ ਪਤਾ ਲੱਗਦਾ ਹੈ ਕਿ ਜੀਜੇ ਦੀ ਸਿਹਤ ਖਰਾਬ ਹੈ ਤਾਂ ਪਹਿਲਾਂ ਉਹ ਦੇਸੀ ਓੜ ਪੋੜ ਦੱਸਦੀ ਹੈ, ਉਹਨੂੰ ਦੇਸੀ ਨੁਸਖੇ ਦੱਸਦੀ ਹੈ। ਔਰ ਉਸ ਤੋਂ ਬਾਅਦ ਜਿਹੜਾ ਹੈ ਜਦੋਂ ਇਕਾਂਗੀ ਦੇ ਅੰਤ ਦੇ ਉੱਪਰ ਨਾ ਜਿਹੜੀ ਉਹਦੀ ਭੈਣ ਲੀਲਾ ਹੈ ਜਾਂ ਉਹਦੀ ਸਹੇਲੀ ਜਿਹੜੀ ਹੈ ਉਹਨੂੰ ਉਹਦੇ ਆਉਣ ਦਾ ਕਾਰਨ ਪੁੱਛਦੀ ਹੈ ਕਿ ਕੀ ਗੱਲ ਹੋਈ ਹੈ, ਤਾਂ ਉਦੋਂ ਜਿਹੜੀ ਹੈ ਨਾ ਬਿਮਲਾ ਦੱਸਦੀ ਹੈ ਕਿ ਉਹ ਆਟੇ ਦਾ ਉਲਾਂਭਾ ਦੇਣ ਦੇ ਲਈ ਉਹਦੇ ਕੋਲ ਆਈ ਸੀ, ਕਿਉਂਕਿ ਜਿਹੜਾ ਆਟਾ ਰਘੁਨਾਥ ਦੀ ਦੁਕਾਨ ਤੋਂ ਗਿਆ ਸੀ ਉਹ ਬਿਲਕੁਲ ਨਿਕੰਮਾ ਸੀ ਔਰ ਉਹਦੀ ਰੋਟੀ ਜਿਹੜੀ ਹੈ ਬਿਲਕੁਲ ਕਾਲੀ ਬਣਦੀ ਸੀ, ਠੀਕ ਹੈ। ਸੋ ਇੱਥੋਂ ਜਿਹੜਾ ਸਾਫ਼ ਸਿੱਧਾ ਆ ਕਿ ਬਿਮਲਾ ਨੇ ਇਹ ਸ਼ਬਦ ਰਘੁਨਾਥ ਨੂੰ ਉਸ ਸਮੇਂ ਕਹੇ ਆ ਜਦੋਂ ਬਿਮਲਾ ਆਟੇ ਦਾ ਉਲਾਂਭਾ ਦੇਣ ਦੇ ਲਈ ਰਘੁਨਾਥ ਦੇ ਘਰ ਆਉਂਦੀ ਹੈ। ਪਹਿਲਾਂ ਉਹ ਰਘੁਨਾਥ ਦੀ ਖਰਾਬ ਸਿਹਤ ਦੇਖ ਕੇ ਉਹਨੂੰ ਦੇਸੀ ਓੜ ਪੋੜ ਦੱਸਦੀ ਹੈ, ਦੇਸੀ ਨੁਸਖੇ ਦੱਸਦੀ ਹੈ। ਔਰ ਉਸ ਤੋਂ ਬਾਅਦ ਜਦੋਂ ਲੀਲਾ ਬਿਮਲਾ ਨੂੰ ਉਹਦੇ ਆਉਣ ਦਾ ਕਾਰਨ ਪੁੱਛਦੀ ਹੈ ਨਾ, ਤਾਂ ਉਦੋਂ ਜਿਹੜੀ ਹੈ ਬਿਮਲਾ ਇਹ ਸ਼ਬਦ ਆਖਦੀ ਹੈ ਕਿ ਉਹਨੇ ਜਿਹੜਾ ਹੈ 5 ਰੁਪਏ ਦਾ ਆਟਾ ਮੰਗਵਾਇਆ ਸੀ ਰਘੁਨਾਥ ਦੀ ਦੁਕਾਨ ਤੋਂ, ਪਰ ਉਹ ਬਿਲਕੁਲ ਨਿਕੰਮਾ ਸੀ ਤਾਂ ਰੋਟੀ ਉਹਦੀ ਕਾਲੀ ਬਣਦੀ ਸੀ, ਠੀਕ ਹੈ। ਸੋ ਇਹ ਹੋ ਗਿਆ ਤੁਹਾਡਾ ਫਸਟ ਕੁਐਸਚਨ। ਸੈਕਿੰਡ ਕੁਐਸਚਨ ਹੈ ਇਸ ਦਾ ਕੀ ਉੱਤਰ ਮਿਲਦਾ? ਇਸ ਦਾ ਮਤਲਬ ਪਹਿਲਾ ਜਿਹੜਾ ਬਿਮਲਾ ਉਲਾਂਭਾ ਦੇਣ ਆਈ ਸੀਗੀ ਨਾ, ਆਟੇ ਦਾ ਮਿਹਣਾ ਦੇਣ ਆਈ ਸੀ ਕਿ ਆਟਾ ਬਿਲਕੁਲ ਕੌਡੀਆਂ ਖੋਟਾ ਸੀ, ਨਿਕੰਮਾ ਸੀ ਔਰ ਉਹਦੀ ਰੋਟੀ ਜਿਹੜੀ ਹੈ ਬਿਲਕੁਲ ਇਸ ਤਰ੍ਹਾਂ ਬਣਦੀ ਸੀ ਜਿਵੇਂ ਮਿੱਟੀ ਦੀਆਂ ਟਿੱਕੀਆਂ ਹੋਣ, ਤਾਂ ਇਹਦੇ ਵਿੱਚ ਤੁਸੀਂ ਦੱਸਣਾ ਕਿ ਇਸ ਚੀਜ਼ ਦਾ ਉਹਨੂੰ ਕੀ ਜਵਾਬ ਮਿਲਿਆ ਸੀ, ਭਾਵ ਬਿਮਲਾ ਨੂੰ ਰਘੁਨਾਥ ਨੇ ਕੀ ਉੱਤਰ ਦਿੱਤਾ ਸੀ। ਸੋ ਇਹ 'ਚ ਤੁਸੀਂ ਦੱਸਣਾ ਆ ਕਿ ਜਦੋਂ ਬਿਮਲਾ ਰਘੁਨਾਥ ਨੂੰ ਆਟੇ ਦਾ ਉਲਾਂਭਾ ਦਿੰਦੀ ਹੈ ਕਿ ਜਿਹੜਾ ਉਹਨੇ 5 ਰੁਪਏ ਦਾ ਆਟਾ ਮੰਗਵਾਇਆ ਸੀ ਉਹ ਬਿਲਕੁਲ ਕੌਡੀਆਂ ਖੋਟਾ ਸੀ, ਨਿਕੰਮਾ ਸੀ, ਇਸ ਤਰ੍ਹਾਂ ਲੱਗਦਾ ਸੀ ਕਿ ਉਹਦੇ ਵਿੱਚ ਦੁੱਧ ਪੱਥਰੀ ਮਿਲੀ ਹੋਵੇ, ਤਾਂ ਰਘੁਨਾਥ ਜਿਹੜਾ ਹੈ ਇਸ ਗੱਲ ਦਾ ਜਿਹੜਾ ਜਵਾਬ ਦਿੰਦਾ ਹੈ ਕਿ ਆਟਾ ਲੈਣ ਕੌਣ ਆਇਆ ਸੀ। ਤੇ ਜਦੋਂ ਬਿਮਲਾ ਦੱਸਦੀ ਹੈ ਕਿ ਆਟਾ ਜਿਹੜਾ ਹੈ ਉਹਦਾ ਨੌਕਰ ਰਾਮੂ ਲੈਣ ਦੇ ਲਈ ਆਇਆ ਸੀ, ਤਾਂ ਉਸ ਸਮੇਂ ਰਘੁਨਾਥ ਪੱਲਾ ਝਾੜਦਾ ਹੈ ਔਰ ਕੀ ਕਹਿੰਦਾ ਆ ਕਿ ਉਹਦੇ ਨੌਕਰ ਨੇ ਦੱਸਿਆ ਹੀ ਨਹੀਂ ਕਿ ਆਟਾ ਤੁਹਾਡੇ ਘਰ ਜਾਣਾ ਹੈ, ਮਤਲਬ ਬਿਮਲਾ ਦੇ ਘਰ ਜਾਣਾ ਹੈ, ਨਹੀਂ ਤਾਂ ਉਹਨੇ ਵਧੀਆ ਆਟਾ ਦੇਣਾ ਸੀ। ਸੋ ਇੱਥੋਂ ਸਾਫ਼ ਪਤਾ ਲੱਗਦਾ ਆ ਕਿ ਰਘੁਨਾਥ ਜਿਹੜਾ ਹੈ ਉਹ ਦੋਗਲਾ ਪਾਤਰ ਹੈ। ਦੋਹਰਾ ਉਹਦਾ ਜਿਹੜਾ ਹੈ ਸ਼ਖਸੀਅਤ ਆ, ਇੱਕ ਪਾਸੇ ਉਹ ਦੁਕਾਨਦਾਰਾਂ ਨੂੰ, ਮਿਲਾਵਟਖੋਰ ਦੁਕਾਨਦਾਰਾਂ ਨੂੰ ਕੋਸਦਾ ਆ, ਦੇਸ਼ ਦੇ ਦੁਸ਼ਮਣ ਆਖਦਾ ਹੈ, ਅਤੇ ਖੁਦ ਜਿਹੜਾ ਹੈ ਉਹ ਆਟੇ ਦੇ ਵਿੱਚ ਦੁੱਧ ਪੱਥਰੀ ਮਿਲਾ ਕੇ ਵੇਚਦਾ ਆ ਅਤੇ ਆਪਣੀ ਗਲਤੀ ਉਹ ਨਹੀਂ ਮੰਨਦਾ। ਕੀ ਕਹਿੰਦਾ ਆ ਕਿ ਆਪਣੇ ਨੌਕਰ ਨੂੰ ਭੇਜ ਕੇ ਆਟਾ ਬਦਲਵਾ ਲੈਣਾ, ਠੀਕ ਹੈ। ਸੋ ਆਪਣੀ ਗਲਤੀ ਨਹੀਂ ਉਹ ਮੰਨਦਾ। ਨੈਕਸਟ ਕੁਐਸਚਨ ਹੈ ਬੇਟਾ 3rd ਨੰਬਰ 'ਤੇ, ਬਿਮਲਾ ਬਾਰੇ ਤੁਸੀਂ ਕੀ ਜਾਣਦੇ
ਹੋ। ਸੋ ਬਿਮਲਾ ਬਾਰੇ ਤੁਸੀਂ ਕੀ ਜਾਣਦੇ ਹੋ? ਮਤਲਬ ਇਹਦੇ 'ਚ ਬੇਟਾ ਬਿਮਲਾ ਦੀ ਤੁਸੀਂ ਪਾਤਰ ਉਸਾਰੀ ਕਰਨੀ ਹੈ ਕਿ ਬਿਮਲਾ ਜਿਹੜੀ ਹੈ ਕੌਣ ਹੈ। ਸਭ ਤੋਂ ਪਹਿਲਾਂ ਉਹਦੀ ਜਾਣ ਪਛਾਣ ਲਿਖੋਗੇ ਬਿਮਲਾ ਦੀ ਕਿ ਬਿਮਲਾ ਹੈ ਕੌਣ ਆ। ਬਿਮਲਾ ਜਿਹੜੀ ਹੈ ਦੁਸ਼ਮਨ ਇਕਾਂਗੀ ਦੀ ਪਾਤਰ ਹੈ। ਲੀਲਾ ਦੀ ਉਹ ਸਹੇਲੀ ਹੈ ਅਤੇ ਉਹ ਰਘੁਨਾਥ ਨੂੰ ਜੀਜਾ ਕਹਿ ਕੇ ਬੁਲਾਉਂਦੀ ਹੈ। ਪਹਿਲਾਂ ਤਾਂ ਉਹਦੀ ਇੰਟਰੋ ਦੋਗੇ, ਫਿਰ ਤੁਸੀਂ ਜਿਹੜੀ ਹੈ ਬਿਮਲਾ ਦੀ ਪਾਤਰ ਉਸਾਰੀ 'ਚ ਦੱਸਣਾ ਹੈ ਕਿ ਉਹ ਦੇਸੀ ਇਲਾਜ ਦੇ ਵਿੱਚ ਵਿਸ਼ਵਾਸ ਕਰਦੀ ਹੈ, ਮਿਲਾਵਟਖੋਰਾਂ ਨੂੰ ਉਹ ਭੰਡਦੀ ਹੈ, ਜਿਹੜਾ ਦੇਸੀ ਨੁਸਖੇ ਅਪਣਾਉਣ ਨੂੰ ਦੀ ਸਲਾਹ ਦਿੰਦੀ ਹੈ, ਠੀਕ ਹੈ, ਆਪਣੇ ਜੀਜੇ ਨੂੰ ਉਲਾਂਭਾ ਦੇਣ ਆਉਂਦੀ ਹੈ, ਜੀਜੇ ਨੂੰ ਮਖੌਲ ਕਰਦੀ ਹੈ। ਇਹ ਸਾਰੀ ਜਿਹੜੀ ਬੇਟਾ ਪਾਤਰ ਉਸਾਰੀ ਤੁਸੀਂ ਬਿਮਲਾ ਦੀ ਕਰਨੀ ਹੈ ਨਾ, ਉਹ ਤੁਹਾਡੀ ਵਰਕਬੁੱਕ ਦੇ ਵਿੱਚ ਆ ਦੇਖੋ ਦਿੱਤੀ ਹੋਈ ਹੈ, ਠੀਕ ਹੈ, ਬਿਮਲਾ ਦੀ। ਸੋ ਇੱਥੋਂ ਤੁਸੀਂ ਜਿਹੜੀ ਹੈ ਹੈਲਪ ਲੈ ਸਕਦੇ ਆ ਕਿ ਬਿਮਲਾ ਦੀ ਪਾਤਰ ਉਸਾਰੀ ਦੇ ਵਿੱਚ ਤੁਸੀਂ ਕੀ ਕੀ ਲਿਖਣਾ। ਜਿੱਦਾਂ ਹੁਣ ਇਹ 'ਚ ਉਹਨਾਂ ਨੇ ਮਖੌਲੀਏ ਸੁਭਾਅ ਦਾ ਲਿਖ ਦਿੱਤਾ, ਮਿਲਾਵਟਖੋਰਾਂ ਨੂੰ ਭੰਡਣ ਵਾਲੀ ਹੈ, ਘਰੇਲੂ ਓੜ ਪੋੜ ਜਾਣਨ ਵਾਲੀ ਹੈ। ਇਹਦੇ ਨਾਲ ਹੀ ਤੁਸੀਂ ਐਡ ਕਰ ਸਕਦੇ ਹੋ ਕਿ ਡਾਕਟਰੀ ਇਲਾਜ ਦੇ ਵਿੱਚ ਉਹ ਵਿਸ਼ਵਾਸ ਨਹੀਂ ਕਰਦੀ। ਇਹਦੇ ਨਾਲ ਹੀ ਤੁਸੀਂ ਲਿਖ ਸਕਦੇ ਹੋ, ਠੀਕ ਹੈ, ਪੁਆਇੰਟ ਨੂੰ ਐਡ ਕਰ ਸਕਦੇ ਹੋ। ਨੈਕਸਟ ਤੁਹਾਡਾ ਹੈ ਕਿ ਇਸ ਇਕਾਂਗੀ ਦਾ ਅੰਤ ਕਿਵੇਂ ਹੁੰਦਾ ਹੈ। ਸੋ ਬੇਟਾ ਵੈਰੀ ਇੰਪੋਰਟੈਂਟ ਕੁਐਸਚਨ ਹੈ। ਇਹ 'ਚ ਤੁਸੀਂ ਦੱਸਣਾ ਹੈ ਕਿ ਇਸ ਇਕਾਂਗੀ ਦੇ ਅੰਤ 'ਤੇ ਇਸ ਇਕਾਂਗੀ ਦੇ ਮੁੱਖ ਪਾਤਰ ਰਘੁਨਾਥ ਦਾ ਅਸਲੀ ਚਿਹਰਾ ਸਾਡੇ ਸਾਹਮਣੇ ਆਉਂਦਾ ਹੈ। ਭਾਵ ਉਹਦੀ ਅਸਲੀਅਤ ਜਿਹੜੀ ਹੈ ਉਹ ਪਾਠਕਾਂ ਦੇ ਸਾਹਮਣੇ, ਮਤਲਬ ਜਿਹੜੇ ਅਸੀਂ ਪਾਠਕ ਆ ਨਾ ਉਹਨਾਂ ਦੇ ਸਾਹਮਣੇ ਆਉਂਦੀ ਹੈ ਕਿ ਰਘੁਨਾਥ ਸਾਰੀ ਇਕਾਂਗੀ ਦੇ ਵਿੱਚ ਦੁਕਾਨਦਾਰਾਂ ਨੂੰ ਕੋਸਦਾ ਆ, ਭੰਡਦਾ ਹੈ, ਉਹਨਾਂ ਨੂੰ ਦੇਸ਼ ਅਤੇ ਸਮਾਜ ਦੇ ਦੁਸ਼ਮਣ ਆਖਦਾ ਹੈ, ਔਰ ਇਹ ਕਹਿੰਦਾ ਹੈ ਕਿ ਜਿਹੜੇ ਲੋਕ ਚੀਜ਼ਾਂ ਦੇ ਵਿੱਚ ਮਿਲਾਵਟ ਕਰਕੇ ਵੇਚਦੇ ਆ, ਭੋਲੇ ਭਾਲੇ ਲੋਕਾਂ ਦੀ ਸਿਹਤ ਨਾਲ ਖੇਡਦੇ ਆ, ਉਹਨਾਂ ਦੀ ਜਾਨ ਨੂੰ ਖਤਰੇ ਵਿੱਚ ਪਾਉਂਦੇ ਆ ਨਾ, ਉਹ ਸਭ ਤੋਂ ਵੱਡੇ ਦੁਸ਼ਮਣ ਹੈ। ਪਰ ਅਖੀਰ 'ਤੇ ਜਿਹੜੀ ਹੈ ਰਘੁਨਾਥ ਦੀ ਖੁਦ ਦੀ ਸੱਚਾਈ ਸਾਡੇ ਸਾਹਮਣੇ ਆਉਂਦੀ ਹੈ ਕਿ ਜਿਹੜਾ ਰਘੁਨਾਥ ਹੈ ਉਹ ਖੁਦ ਮਿਲਾਵਟਖੋਰ ਦੁਕਾਨਦਾਰ ਆ, ਉਹ ਆਟੇ ਦੇ ਵਿੱਚ ਦੁੱਧ ਪੱਥਰੀ ਮਿਲਾ ਕੇ ਵੇਚਦਾ ਹੈ ਅਤੇ ਉਹ ਵੀ ਜਿਹੜਾ ਹੈ ਮਿਲਾਵਟਖੋਰ ਦੁਕਾਨਦਾਰਾਂ ਦੀ ਸ਼੍ਰੇਣੀ ਦੇ ਵਿੱਚ ਹੀ ਸ਼ਾਮਲ ਹੁੰਦਾ ਆ। ਇਸ ਤਰ੍ਹਾਂ ਉਹ ਇੱਕ ਦੋਗਲਾ ਪਾਤਰ ਹੈ, ਡਬਲ ਪਰਸਨੈਲਿਟੀ ਹੈ। ਇੱਕ ਪਾਸੇ ਤਾਂ ਉਹ ਮਿਲਾਵਟਖੋਰਾਂ ਨੂੰ ਦੇਸ਼ ਦੇ ਦੁਸ਼ਮਣ ਆਖਦਾ ਹੈ ਅਤੇ ਖੁਦ ਆਪਣੀ ਜਿਹੜੀ ਹੈ ਫਾਇਦੇ ਦੇ ਲਈ ਆਟੇ ਦੇ ਵਿੱਚ ਦੁੱਧ ਪੱਥਰੀ ਮਿਲਾ ਕੇ ਵੇਚਦਾ ਹੈ। ਸੋ ਇੱਥੇ ਅਖੀਰ 'ਤੇ ਜਿਹੜਾ ਹੈ ਰਘੁਨਾਥ ਦਾ ਅਸਲੀ ਚਿਹਰਾ ਸਾਡੇ ਸਾਹਮਣੇ ਆਉਂਦਾ ਆ। ਅੱਗੇ ਹੈ ਰਾਜੇ ਇਕਾਂਗੀ ਦੇ ਵਿਸ਼ਾ ਪੱਖ ਬਾਰੇ ਜਾਣਕਾਰੀ ਦਿਓ। ਵਿਸ਼ਾ ਪੱਖ ਮਤਲਬ ਕਿ ਇਕਾਂਗੀ ਦੇ ਵਿੱਚ ਜਿਹੜਾ ਹੈ ਲੇਖਕ ਨੇ ਕੀ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਸੋ ਇਸ ਇਕਾਂਗੀ ਦਾ ਜਿਹੜਾ ਵਿਸ਼ਾ ਪੱਖ ਹੈ ਨਾ, ਉਹ ਮਿਲਾਵਟਖੋਰ ਦੁਕਾਨਦਾਰਾਂ ਦਾ ਅਸਲੀ ਚਿਹਰਾ ਪਾਠਕਾਂ ਦੇ ਸਾਹਮਣੇ ਲਿਆਉਣਾ ਹੈ। ਉਹ ਦੁਕਾਨਦਾਰ ਜਿਹੜੇ ਆਪਣੇ ਫਾਇਦੇ ਦੇ ਲਈ ਭੋਲੇ ਭਾਲੇ ਗਾਹਕਾਂ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਉਂਦੇ ਆ, ਉਹਨਾਂ ਦੀ ਜਾਨ ਦੇ ਨਾਲ ਖੇਡਦੇ ਆ ਅਤੇ ਸਿਰਫ ਆਪਣਾ ਫਾਇਦਾ ਹੀ ਸੋਚਦੇ ਆ ਨਾ, ਉਹਨਾਂ ਦੀ ਸ਼ਖਸੀਅਤ ਬਾਰੇ ਜਾਣਕਾਰੀ ਦੇਣਾ ਹੀ ਇਸ ਇਕਾਂਗੀ ਦਾ ਵਿਸ਼ਾ ਪੱਖ ਹੈ, ਠੀਕ ਹੈ। ਸੋ ਇਹ ਜਿਹੜੇ ਕੁਐਸਚਨ ਹੈ ਜਿਹੜੇ ਤੁਹਾਨੂੰ ਮੈਂ ਕਰਾ ਰਹੀ ਹਾਂ, ਇਹਦੇ 'ਚੋਂ ਕੁਝ ਕੁਐਸਚਨ ਜਿਹੜੇ ਆ ਉਹ ਰਿਟਨ ਨੋਟਸ ਦੇ ਤੌਰ 'ਤੇ ਉਹ ਨਾਲ ਮੈਂ ਅਟੈਚ ਵੀ ਕਰ ਦੂੰਗੀ ਤਾਂ ਕਿ ਤੁਹਾਨੂੰ ਜਿਹੜੀ ਹੈ ਉਹ ਮਦਦ ਮਿਲ ਸਕੇ। ਤੁਸੀਂ ਲਿੰਕ ਦੇ ਵਿੱਚ ਉਹ PDF ਨੂੰ ਦੇਖ ਸਕਦੇ ਆ, ਠੀਕ ਹੈ। ਉਹ 'ਚ ਵਿਸ਼ਾ ਪੱਖ ਮੈਂ ਪ੍ਰੋਪਰਲੀ ਲਿਖਿਆ ਹੋਇਆ ਕਿ ਇਹਦੇ ਵਿੱਚ ਜਿੱਦਾਂ ਹੈ ਰਘੁਨਾਥ ਦੇ ਪਾਤਰ ਰਾਹੀਂ ਦਿਖਾਇਆ ਗਿਆ ਹੈ ਕਿ ਇਹਦੇ ਵਿੱਚ ਰਘੁਨਾਥ ਵੀ ਮਿਲਾਵਟਖੋਰ ਦੁਕਾਨਦਾਰੀ ਹੈ। ਸੋ ਉਹਦਾ ਰੈਫਰੈਂਸ ਦੇ ਕੇ ਤੁਸੀਂ ਆਪਣੇ ਵਿਸ਼ਾ ਨੂੰ ਅੱਛੀ ਤਰ੍ਹਾਂ ਐਕਸਪਲੇਨ ਕਰ ਸਕਦੇ ਹੋ, ਠੀਕ ਹੈ। ਅੱਗੇ ਦੇਖੋ ਇਕਾਂਗੀ ਦੀ ਸ਼ੁਰੂਆਤ ਕਿਸ ਤਰ੍ਹਾਂ ਹੁੰਦੀ ਹੈ, ਚਾਨਣਾ ਪਾਓ। ਇਕਾਂਗੀ ਦੀ ਸ਼ੁਰੂਆਤ ਮਤਲਬ ਬਿਗਨਿੰਗ ਦੇ ਤੁਸੀਂ ਬੇਟਾ ਕੀ ਦੇਖਦੇ ਆ। ਬਿਗਨਿੰਗ ਦੇ ਵਿੱਚ ਅਸੀਂ ਕੀ ਦੇਖਦੇ ਹਾਂ ਕਿ ਜਿਹੜਾ ਇਸ ਇਕਾਂਗੀ ਦਾ ਮੁੱਖ ਪਾਤਰ ਰਘੁਨਾਥ ਹੈ ਉਸਨੂੰ ਖੰਘ ਦਾ ਜ਼ਬਰਦਸਤ ਦੌਰਾ ਪਿਆ ਹੈ, ਉਹਦੀ ਛਾਤੀ ਦੇ ਵਿੱਚ ਦਰਦ ਹੋ ਰਿਹਾ ਆ, ਉਹਨੂੰ ਸਾਹ ਚੰਗੀ ਤਰ੍ਹਾਂ ਨਹੀਂ ਆ ਰਿਹਾ ਹੈ, ਸਾਰੀ ਰਾਤ ਉਸਨੂੰ ਨੀਂਦ ਵੀ ਨਹੀਂ ਆਈ। ਉਹਦੀ ਜਿਹੜੀ ਪਤਨੀ ਹੈ ਲੀਲਾ ਉਹਦੀ ਸਿਹਤ ਦੀ ਚਿੰਤਾ ਕਰਦੀ ਹੋਈ ਦਿਖਾਈ ਦਿੰਦੀ ਹੈ। ਉਹ ਉਹਦੇ ਇਲਾਜ ਦੇ ਲਈ ਡਾਕਟਰ ਨੂੰ ਵੀ ਸੱਦਦੀ ਹੈ ਔਰ ਜਦੋਂ ਡਾਕਟਰ ਜਿਹੜਾ ਹੈ ਉਹ ਚੈੱਕ ਕਰਦਾ ਹੈ ਰਘੁਨਾਥ ਨੂੰ ਤਾਂ ਉਹ ਕੀ ਦੱਸਦਾ ਹੈ ਕਿ ਰਘੁਨਾਥ ਦੇ ਜਿਹੜੇ ਆ ਬੜੇ ਸਖਤ ਗਲੇ ਪਏ ਹੋਏ ਆ, ਪਰ ਉਹ ਟੀਕਾ ਵੀ ਲਗਾਉਂਦਾ ਹੈ। ਫਿਰ ਜਿਹੜਾ ਹੈ ਨਾਲ ਨਾਲ ਪਰਹੇਜ਼ ਵੀ ਦੱਸਦਾ ਹੈ ਕਿ ਡਾਕਟਰ ਕਿ ਦੁਕਾਨ 'ਤੇ ਨਾ ਜਾਵੇ ਕਿਉਂਕਿ ਰਘੁਨਾਥ ਦੀ ਆਟੇ ਦਾਣੇ ਦੀ ਦੁਕਾਨ ਹੈ, ਇਸ ਕਰਕੇ ਉਹਦੀ ਖੰਘ ਜਿਹੜੀ ਆ ਉਹ ਵੱਧ ਸਕਦੀ ਹੈ। ਸੋ ਇਕਾਂਗੀ ਦੇ ਸ਼ੁਰੂ ਦੇ ਵਿੱਚ ਇਹਦਾ ਜਿਹੜਾ ਮੁੱਖ ਪਾਤਰ ਹੈ ਇਕਾਂਗੀ ਦਾ ਰਘੁਨਾਥ, ਉਹ ਸਾਨੂੰ ਖੰਘ ਤੋਂ ਪਰੇਸ਼ਾਨ ਨਜ਼ਰ
ਆਉਂਦਾ ਹੈ ਤੇ ਨਾਲ ਦੀ ਨਾਲ ਉਹ ਮਿਲਾਵਟਖੋਰਾਂ ਨੂੰ ਭੰਡਦਾ ਵੀ ਹੈ। ਸੋ ਤੁਸੀਂ ਸਿਰਫ ਬਿਗਨਿੰਗ ਲਿਖਣੀ ਹੈ ਕਿ ਤੁਹਾਨੂੰ ਸ਼ੁਰੂ ਦੇ ਵਿੱਚ ਕੀ ਦਿਖਾਈ ਦਿੰਦਾ ਹੈ। ਠੀਕ ਹੈ। ਉਸ ਤੋਂ ਬਾਅਦ ਹੈ ਰਘੁਨਾਥ ਕਿਹਨਾਂ ਨੂੰ ਮਿਲਾਵਟਖੋਰ ਆਖਦਾ ਹੈ ਤੇ ਕਿਉਂ। ਰਘੁਨਾਥ ਬੇਟਾ ਮਿਲਾਵਟਖੋਰ ਆਖਦਾ ਹੈ ਉਹਨਾਂ ਦੁਕਾਨਦਾਰਾਂ ਨੂੰ ਜਿਹੜੇ ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਮਿਲਾਵਟ ਕਰਕੇ ਵੇਚਦੇ ਆ, ਸਿਰਫ ਆਪਣਾ ਮੁਨਾਫਾ ਸੋਚਦੇ ਆ, ਭੋਲੇ ਭਾਲੇ ਲੋਕਾਂ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਉਂਦੇ ਹੈ ਔਰ ਆਪਣੀਆਂ ਜੇਬਾਂ ਭਰਨ ਦੇ ਲਈ ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਮਿਲਾਵਟਾਂ ਕਰਕੇ ਭੋਲੇ ਭਾਲੇ ਲੋਕਾਂ ਨੂੰ ਧੋਖਾ ਦਿੰਦੇ ਆ। ਸੋ ਉਹਨਾਂ ਨੂੰ ਰਘੁਨਾਥ ਜਿਹੜਾ ਹੈ ਮਿਲਾਵਟਖੋਰ ਆਖਦਾ ਹੈ, ਕਿਉਂਕਿ ਇਹ ਜਿਹੜੇ ਮਿਲਾਵਟਖੋਰ ਦੁਕਾਨਦਾਰ ਆ ਨਾ ਉਹ ਦੇਸ਼ ਤੇ ਸਮਾਜ ਦੇ ਦੁਸ਼ਮਣ ਆ, ਕਿਉਂਕਿ ਇਹ ਜਿਹੜੇ ਆ ਉਹ ਭੋਲੇ ਭਾਲੇ ਲੋਕਾਂ ਦੀ ਸਿਹਤ ਨੂੰ ਖਤਰੇ ਦੇ ਵਿੱਚ ਪਾਉਂਦੇ ਆ ਇਸ ਕਰਕੇ। ਠੀਕ ਹੈ। ਸੈਕਿੰਡ ਪੈਰਾਗ੍ਰਾਫ ਹੈ ਲੀਲਾ, ਤੇਰੇ ਜੀਜੇ ਨੂੰ ਕੱਲ ਰਾਤ ਦੀ ਬੜੀ ਸਖਤ ਖੰਘ ਹੋ ਗਈ ਹੈ, ਛਾਤੀ ਵਿੱਚ ਬੜੀ ਦਰਦ ਹੈ, ਹੁਣੇ ਹੀ ਡਾਕਟਰ ਟੀਕਾ ਲਾ ਕੇ ਗਿਆ ਹੈ। ਸੋ ਲੀਲਾ ਨੇ ਇਹ ਸ਼ਬਦ ਕਿਸ ਨੂੰ ਕਹੇ ਆ ਬੇਟਾ। ਲੀਲਾ ਨੇ ਇਹ ਸ਼ਬਦ ਕਹੇ ਹੈ ਆਪਣੀ ਸਹੇਲੀ ਬਿਮਲਾ ਨੂੰ। ਠੀਕ ਹੈ। ਕਦੋਂ ਕਹੇ ਆ, ਜਦੋਂ ਬਿਮਲਾ ਜਿਹੜੀ ਹੈ ਉਹ ਲੀਲਾ ਦੇ ਘਰ ਆਉਂਦੀ ਹੈ। ਆਈ ਤਾਂ ਉਹ ਆਟੇ ਦਾ ਉਲਾਂਭਾ ਦੇਣ ਦੇ ਲਈ, ਪਰ ਜਦੋਂ ਦੇਖਦੀ ਹੈ ਕਿ ਰਘੁਨਾਥ ਬਿਮਾਰ ਹੈ ਤਾਂ ਉਹ ਉਹਦਾ ਜਦੋਂ ਹਾਲ ਚਾਲ ਪੁੱਛਦੀ ਹੈ ਤਾਂ ਉਦੋਂ ਜਿਹੜੀ ਹੈ ਲੀਲਾ ਇਹ ਸ਼ਬਦ ਆਖਦੀ ਹੈ ਕਿ ਉਹਦੇ ਜੀਜੇ ਨੂੰ ਭਾਵ ਰਘੁਨਾਥ ਨੂੰ ਜਿਹੜੀ ਹੈ ਬਹੁਤ ਸਖਤ ਖੰਘ ਹੋ ਗਈ ਹੈ ਔਰ ਉਹਦੇ ਕਰਕੇ ਉਹਦੀ ਛਾਤੀ ਦੇ ਵਿੱਚ ਦਰਦ ਵੀ ਹੋ ਰਿਹਾ ਤੇ ਸਾਰੀ ਰਾਤ ਜਿਹੜੀ ਹੈ ਉਹਨੂੰ ਨੀਂਦ ਵੀ ਨਹੀਂ ਆਈ। ਸੋ ਇਹ ਸ਼ਬਦ ਜਿਹੜੇ ਆ ਬਿਮਲਾ ਨੂੰ ਕਹੇ ਗਏ ਆ, ਲੀਲਾ ਨੇ ਕਹੇ ਆ, ਉਦੋਂ ਕਹੇ ਆ ਜਦੋਂ ਬਿਮਲਾ ਲੀਲਾ ਦੇ ਘਰ ਆਉਂਦੀ ਹੈ ਤਾਂ ਉਸ ਸਮੇਂ ਉਹ ਰਘੁਨਾਥ ਨੂੰ ਬਿਮਾਰ ਦੇਖ ਕੇ ਜਦੋਂ ਉਹਦੀ ਬਿਮਾਰੀ ਦਾ ਕਾਰਨ ਪੁੱਛਦੀ ਆ, ਉਹਦਾ ਹਾਲ ਚਾਲ ਪੁੱਛਦੀ ਹੈ ਨਾ, ਤਾਂ ਉਦੋਂ ਜਿਹੜੀ ਆ ਲੀਲਾ ਇਹ ਸ਼ਬਦ ਆਖਦੀ ਆ। ਸੁਣਨ ਵਾਲੇ ਪਾਤਰ ਨੇ ਇਸ ਦਾ ਕੀ ਜਵਾਬ ਦਿੱਤਾ। ਪਹਿਲਾਂ ਤਾਂ ਬੇਟਾ ਇਹ ਤੁਸੀਂ ਦੱਸਣਾ ਹੈ ਕਿ ਸੁਣਨ ਵਾਲਾ ਪਾਤਰ ਹੈ ਇਹਦੇ ਵਿੱਚ ਬਿਮਲਾ ਨੂੰ ਇਹ ਸ਼ਬਦ ਕਹੇ ਗਏ ਆ। ਸੋ ਇਸ ਪਾਤਰ ਨੇ ਇਹਦਾ ਕੀ ਜਵਾਬ ਦਿੱਤਾ ਸੀ ਜਦੋਂ ਲੀਲਾ ਉਹਨੂੰ ਦੱਸਦੀ ਹੈ ਨਾ ਕਿ ਰਘੁਨਾਥ ਦੀ ਸਿਹਤ ਜਿਹੜੀ ਹੈ ਉਹ ਕਾਫੀ ਖਰਾਬ ਆ, ਖੰਘ ਕੇ ਉਹਦਾ ਬੁਰਾ ਹਾਲ ਹੈ, ਤਾਂ ਉਸ ਸਮੇਂ ਜਿਹੜੀ ਬਿਮਲਾ ਹੈ ਬੇਟਾ ਇਹਦਾ ਕੀ ਜਵਾਬ ਦਿੰਦੀ ਹੈ। ਸੋ ਇਹ ਤੁਹਾਨੂੰ ਮੈਂ ਦੱਸਦੀ ਹਾਂ ਕਿ ਇਹ 'ਚ ਤੁਸੀਂ ਜਿਹੜਾ ਹੈ ਰੈਫਰੈਂਸ ਕਿੱਥੇ ਦੇਖੋ, ਆਹ ਦੇਖੋ ਇਹ ਪੇਜ ਨੰਬਰ 42 ਤੋਂ ਲਾਈਨਾਂ ਚੱਕੀਆਂ ਗਈਆਂ ਨਾ। ਤੇਰੇ ਜੀਜੇ ਨੂੰ ਕੱਲ ਰਾਤ ਦੀ ਬੜੀ ਸਖਤ ਖੰਘ ਹੋ ਗਈ ਹੈ। ਪਹਿਲਾਂ ਤਾਂ ਜਿਹੜੀ ਹੈ ਇਹਦਾ ਬਿਮਲਾ ਕੀ ਜਵਾਬ ਦਿੰਦੀ ਹੈ, ਪਹਿਲਾਂ ਉਹਦਾ ਕਾਰਨ ਪੁੱਛਦੀ ਹੈ। ਠੀਕ ਹੈ। ਬਿਮਲਾ ਜਿਹੜੀ ਹੈ ਕਾਰਨ ਪੁੱਛਦੀ ਹੈ ਕਿ ਕੀ ਸਬੱਬ ਹੋਇਆ, ਤਾਂ ਜਦੋਂ ਲੀਲਾ ਦੱਸਦੀ ਹੈ ਨਾ ਕਿ ਉਹਨੇ ਕੋਈ ਮਾੜਾ ਚੰਗਾ ਘਿਓ ਖਾ ਲਿਆ ਆ, ਇਸ ਕਰਕੇ ਉਹਦੇ ਗਲੇ ਪੈ ਗਏ, ਮਤਲਬ ਉਹਦਾ ਗਲਾ ਜਿਹੜਾ ਪੱਕ ਗਿਆ ਆ, ਤਾਂ ਉਸ ਸਮੇਂ ਜਿਹੜੀ ਹੈ ਬਿਮਲਾ ਇਹਦਾ ਕੀ ਉੱਤਰ ਦਿੰਦੀ ਹੈ ਕਿ ਜ਼ਰੂਰ ਜਿਹੜਾ ਹੈ ਨਾ ਜੀਜੇ ਨੇ ਬਾਜ਼ਾਰੋਂ ਪੂਰੀਆਂ ਕਚੌਰੀਆਂ ਖਾਧੀਆਂ ਹੋਣਗੀਆਂ, ਇਸੇ ਕਰਕੇ ਜਿਹੜੀ ਹੈ ਉਹਦਾ ਗਲਾ ਖਰਾਬ ਹੋਇਆ, ਕਿਉਂਕਿ ਉਹਦੀ ਚੋਰੀ ਫੜੀ ਗਈ ਹੈ। ਕਿਉਂਕਿ ਰਘੁਨਾਥ ਜਿਹੜਾ ਹੈ ਬਾਜ਼ਾਰੋਂ ਕੀ ਖਾਂਦਾ, ਚੋਰੀ ਪੂਰੀਆਂ ਕਚੌਰੀਆਂ ਲੈ ਕੇ ਖਾਂਦਾ ਹੈ। ਸੋ ਬੇਟਾ ਇਹ ਆਨਸਰ ਤੁਸੀਂ ਇਹਦਾ ਲਿਖਣਾ ਹੈ ਕਿ ਜ਼ਰੂਰ ਜਿਹੜਾ ਹੈ ਰਘੁਨਾਥ ਨੇ ਬਾਜ਼ਾਰੋਂ ਚੋਰੀ ਪੂਰੀਆਂ ਕਚੌਰੀਆਂ ਖਾਧੀਆਂ ਹੋਣਗੀਆਂ, ਜਿਸ ਕਰਕੇ ਉਹਦੇ ਵਿੱਚ ਜਿਹੜਾ ਘਿਓ ਵਰਤਿਆ ਹੋਊਗਾ ਉਹ ਕੋਈ ਚੰਗਾ ਮਾੜਾ ਘਿਓ ਹੋਣਾ ਹੈ, ਜਿਸ ਕਰਕੇ ਉਹਦੀ ਸਿਹਤ ਖਰਾਬ ਹੋ ਗਈ ਹੈ। ਠੀਕ ਹੈ। ਸਮੱਸਿਆ ਦਾ ਅਸਲ ਕਾਰਨ ਕੀ ਸੀ। ਸਮੱਸਿਆ ਮਤਲਬ ਜਿਹੜੀ ਰਘੁਨਾਥ ਨੂੰ ਇਹ ਸਮੱਸਿਆ ਆਈ ਸੀ ਉਹਦਾ ਅਸਲ ਕਾਰਨ ਕੀ ਸੀ, ਕਿਉਂ ਉਹਨੂੰ ਜਿਹੜੀ ਹੈ ਖੰਘ ਦਾ ਜ਼ਬਰਦਸਤ ਦੌਰਾ ਪਿਆ ਸੀ, ਕਿਉਂ ਉਹਨੂੰ ਖੰਘ ਹੋਈ ਸੀ। ਸੋ ਬੇਟਾ ਇਹਦਾ ਤੁਸੀਂ ਰੀਜ਼ਨ ਲਿਖਣਾ ਹੈ ਕਿ ਸਮੱਸਿਆ ਦਾ ਅਸਲ ਕਾਰਨ ਕੀ ਸੀ। ਆ ਦੇਖੋ ਕਿ ਉਹਨੇ ਜਿਹੜਾ ਹੈ ਘਿਓ ਖਾ ਲਿਆ ਸੀ ਜਿਹਦੇ ਵਿੱਚ ਬਨਸਪਤੀ ਦੀ ਮਿਲਾਵਟ ਕੀਤੀ ਹੋਈ ਸੀ। ਇਹ 'ਚ ਦੇਖੋ ਉਹ ਸਾਫ਼ ਦੱਸਦੀ ਹੈ ਲੀਲਾ ਨੇ ਕਿ ਜਿਹੜਾ ਪਰਸੋਂ ਘਿਓ ਲਿਆਂਦਾ ਸੀ ਨਾ ਕੋਡੀਓ ਖੋਟਾ ਨਿਕਲਿਆ, ਮੇਰਾ ਵੀ ਗਲਾ ਪੀੜ ਪਿਆ ਕਰਦਾ, ਸਭ ਉਹਦੀ ਹੀ ਖਰਾਬੀ ਹੈ। ਸੋ ਬਿਮਲਾ ਦੱਸਦੀ ਹੈ ਕਿ ਇਹ ਜਿਹੜਾ ਅਸਲੀ ਘਿਓ ਨਾ ਉਹ ਨਸੀਬ ਨਹੀਂ ਹੁੰਦਾ, ਉਹਦੇ ਵਿੱਚ ਕੀ ਪਾਇਆ ਹੁੰਦਾ ਹੈ, ਬਨਸਪਤੀ ਮਿਲਾਇਆ ਹੁੰਦਾ ਹੈ। ਸੋ ਨਾਲ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਰਘੁਨਾਥ ਨੇ ਜਿਹੜਾ ਹੈ ਕਿ ਉਹ ਪਵਿੱਤਰ ਸਟੋਰ ਤੋਂ ਲਿਆਂਦਾ ਸੀ, ਖੁਰਜੇ ਤੋਂ ਆਇਆ ਸੀ। ਆਪ ਤਾਂ ਉਹ ਆਪਣੇ ਵੱਲੋਂ ਵਧੀਆ ਘਿਓ ਲਿਆਇਆ ਸੀ, ਪਰ ਉਹਦੇ ਵਿੱਚ ਬਨਸਪਤੀ ਦੀ ਮਿਲਾਵਟ ਕੀਤੀ ਹੋਈ ਸੀ। ਉਹ ਮਿਲਾਵਟੀ ਘਿਓ ਸੀ ਜਿਹਨੂੰ ਖਾਣ ਦੇ ਨਾਲ ਉਹਦਾ ਜਿਹੜਾ ਹੈ ਗਲਾ ਖਰਾਬ ਹੋਇਆ ਸੀ, ਉਹਨੂੰ ਖੰਘ ਹੋ ਗਈ ਸੀ ਤੇ ਉਹਨੂੰ ਜਿਹੜਾ ਹੈ ਬੜੇ ਜ਼ਬਰਦਸਤ ਗਲੇ
ਪਏ ਸੀ। ਸੋ ਇਹ ਰੀਜ਼ਨ ਬੇਟਾ ਉਹਨਾਂ ਨੇ ਲਿਖਿਆ ਹੋਇਆ ਆ ਕਿ ਸਮੱਸਿਆ ਦਾ ਅਸਲ ਕਾਰਨ, ਸਮੱਸਿਆ ਪਹਿਲਾਂ ਕੀ ਸੀ ਕਿ ਰਘੁਨਾਥ ਦੇ ਬੜੇ ਜ਼ਬਰਦਸਤ ਗਲੇ ਪਏ ਸੀ, ਖੰਘ ਕੇ ਉਹਦਾ ਬੁਰਾ ਹਾਲ ਹੋ ਗਿਆ ਸੀ। ਔਰ ਉਹਦੀ ਇਸ ਸਮੱਸਿਆ ਦਾ ਮੁੱਖ ਕਾਰਨ ਕੀ ਸੀ ਕਿ ਉਹਨੇ ਕੋਈ ਚੰਗਾ ਮਾੜਾ ਘਿਓ ਖਾ ਲਿਆ ਸੀ, ਔਰ ਇਹ ਘਿਓ ਜਿਹੜਾ ਹੈ ਆਪਣੇ ਵੱਲੋਂ ਰਘੁਨਾਥ ਵਧੀਆ ਲਿਆਇਆ ਸੀ, ਪਵਿੱਤਰ ਸਟੋਰ ਤੋਂ ਲਿਆਇਆ ਸੀ, ਪਰ ਉਹ ਘਿਓ ਜਿਹੜਾ ਸੀ ਕੌਡੀਓਂ ਖੋਟਾ ਸੀ, ਨਿਕੰਮਾ ਸੀ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕਿ ਉਹ ਅਸਲ ਘਿਓ ਨਹੀਂ ਸੀ, ਉਹਦੇ ਵਿੱਚ ਬਨਸਪਤੀ ਦੀ ਮਿਲਾਵਟ ਕੀਤੀ ਗਈ ਹੋਵੇ, ਜਿਹਨੂੰ ਖਾਣ ਦੇ ਨਾਲ ਉਹਦਾ ਗਲਾ ਖਰਾਬ ਹੋ ਗਿਆ ਸੀ। ਠੀਕ ਹੈ, ਇਹ ਉਹਦਾ ਕਾਰਨ ਸੀ। ਲੀਲਾ ਦੇ ਸੁਭਾਅ ਬਾਰੇ ਜਾਣਕਾਰੀ ਦਿਓ ਬੇਟਾ। ਲੀਲਾ ਦਾ ਸੁਭਾਅ ਮਤਲਬ ਲੀਲਾ ਦੀ ਪਾਤਰ ਉਸਾਰੀ ਕਰਨੀ ਹੈ। ਇਹ ਵੀ ਵਰਕਬੁੱਕ ਦੇ ਵਿੱਚ ਤੁਹਾਡੀ ਪਾਤਰ ਉਸਾਰੀ ਦਿੱਤੀ ਗਈ ਹੈ ਕਿ ਉਹ ਵੀ ਮਿਲਾਵਟਖੋਰਾਂ ਨੂੰ ਭੰਡਣ ਵਾਲੀ ਹੈ, ਆਪਣੇ ਪਤੀ ਦੀ ਸਿਹਤ ਦੀ ਚਿੰਤਾ ਕਰਦੀ ਹੈ, ਆਪਣੇ ਪਤੀ ਦਾ ਹਰ ਕੰਮ ਦੇ ਵਿੱਚ ਸਾਥ ਦਿੰਦੀ ਹੈ। ਸੋ ਇਸੇ ਵਰਕਬੁੱਕ ਦੇ ਵਿੱਚ ਹੀ ਬੇਟਾ ਦੇਖੋ ਲੀਲਾ ਦੀ ਪਾਤਰ ਉਸਾਰੀ ਵੀ ਦਿੱਤੀ ਹੋਈ ਹੈ। ਠੀਕ ਹੈ, ਸੋ ਤੁਸੀਂ ਇੱਥੋਂ ਦੇਖ ਕੇ ਲਿਖ ਸਕਦੇ ਆ। ਉਸ ਤੋਂ ਬਾਅਦ ਦੇਖੋ ਬੇਟਾ ਡਾਕਟਰ ਦਵਾਈ ਦੇ ਨਾਲ ਕੀ ਪਰਹੇਜ਼ ਦੱਸਦਾ ਹੈ, ਤੁਹਾਨੂੰ ਮੈਂ ਤੁਹਾਡੀ ਵਰਕਬੁੱਕ ਦੇ ਵਿੱਚੋਂ ਦੱਸਦੀ ਹਾਂ। ਸਭ ਤੋਂ ਪਹਿਲਾ ਪੁਆਇੰਟ ਹੈ ਕਿ ਡਾਕਟਰ ਨੇ ਜਿਹੜਾ ਹੈ ਟੀਕਾ ਲਾਇਆ ਸੀ। ਪਹਿਲਾ ਪਰਹੇਜ਼ ਕੀ ਦੱਸਿਆ ਸੀ, ਆਪਣੀ ਬੁੱਕ 'ਚੋਂ ਹੀ ਮਾਰਕ ਕਰੋ। ਆ ਦੇਖੋ ਪਹਿਲਾਂ ਨੇ ਕੀ ਕਿਹਾ ਸੀ ਕਿ ਖੰਘ ਦਾ ਦੌਰਾ ਫੌਰਨ ਘਟ ਜਾਏਗਾ, ਪਰ ਤੁਸੀਂ ਅੱਜ ਦੁਕਾਨ 'ਤੇ ਨਾ ਜਾਣਾ, ਤੁਹਾਡਾ ਕੰਮ ਆਟੇ ਦਾਣੇ ਦਾ ਹੋਇਆ, ਸੁੱਕਾ ਆਟਾ ਉੱਡ ਕੇ ਤੁਹਾਡੇ ਸੰਗ ਨੂੰ ਚੜ੍ਹਦਾ ਹੈ। ਸੋ ਫਸਟ ਜਿਹੜਾ ਹੈ ਡਾਕਟਰ ਨੇ ਪਰਹੇਜ਼ ਕੀ ਦਿੱਤਾ ਸੀ ਕਿ ਉਹ ਦੁਕਾਨ 'ਤੇ ਨਾ ਜਾਵੇ ਕਿਉਂਕਿ ਸੁੱਕਾ ਆਟਾ ਉਹਦੇ ਗਲੇ ਨੂੰ ਪਵੇਗਾ। ਦੂਸਰਾ ਪੁਆਇੰਟ ਜਿਹੜਾ ਹੈ, ਫਿਰ ਦੇਖੋ ਬੇਟਾ ਪੇਜ ਨੰਬਰ 42 ਦੇ ਉੱਪਰ ਡਾਕਟਰ ਦਾ ਪੁਆਇੰਟ ਹੈ, ਇਹਨਾਂ ਨੂੰ ਸਿਰਫ ਦੁੱਧ ਹੀ ਦਿਓ, ਸਾਬੂਦਾਨਾ ਵੀ ਦੇ ਸਕਦੇ ਹੋ, ਮਤਲਬ ਹੈ ਕਿ ਸਿਰਫ ਨਰਮ ਗਿਜ਼ਾ ਹੀ ਖਾਣ ਲਈ ਫਾਇਦੇਮੰਦ ਹੈ। ਠੀਕ ਹੈ, ਇਹ ਤੁਹਾਡਾ ਸੈਕਿੰਡ ਪੁਆਇੰਟ ਹੋ ਗਿਆ। ਇਸ ਤੋਂ ਬਾਅਦ ਦੇਖੋ ਰਾਜੇ ਫਿਰ ਡਾਕਟਰ ਦਾ ਇਹ ਪੁਆਇੰਟ ਹੈ 4 ਖੁਰਾਕਾਂ 3-3 ਘੰਟੇ ਬਾਅਦ। ਠੀਕ ਹੈ, ਸੋ ਇੱਕ ਸਾਰੇ ਪੁਆਇੰਟ ਆਣੇ ਆ ਕਿ ਦੁਕਾਨ 'ਤੇ ਨਾ ਜਾਣਾ, ਨਰਮ ਚੀਜ਼ ਖਾਣੀ ਆ, ਟੀਕਾ ਵੀ ਲਗਾ ਦਿੰਦਾ ਆ, ਤੇ 4 ਖੁਰਾਕਾਂ ਦਿੰਦਾ 3-3 ਘੰਟੇ ਬਾਅਦ ਖਾਣ ਦੇ ਲਈ, ਤਾਂ ਕਿ ਜਿਹੜਾ ਹੈ ਰਘੁਨਾਥ ਦਾ ਖੰਘ ਦਾ ਦੌਰਾ ਜਿਹੜਾ ਹੈ ਉਹ ਘਟ ਜਾਵੇ। ਠੀਕ ਹੈ, ਨੈਕਸਟ ਤੁਹਾਡਾ ਬੇਟਾ ਕੁਐਸਚਨ ਹੈ ਗਲੇ ਦੀ ਤਕਲੀਫ ਕਿਸ ਨੂੰ ਤੇ ਕਿਉਂ ਹੋਈ ਸੀ। ਗਲੇ ਦੀ ਤਕਲੀਫ ਹੋਈ ਸੀ ਬੇਟਾ ਰਘੁਨਾਥ ਨੂੰ। ਇਹਦੇ ਵੀ ਤੁਸੀਂ 3 ਪੁਆਇੰਟ ਕਰਨੇ ਹੈ। ਸਭ ਤੋਂ ਪਹਿਲਾਂ ਜਿਹੜਾ ਇਹਦਾ ਪੁਆਇੰਟ ਕਰਨਾ ਹੈ ਕਿ ਰਘੁਨਾਥ ਨੂੰ ਜਿਹੜੀ ਗਲੇ ਦੀ ਤਕਲੀਫ ਹੋਈ ਸੀ ਉਹ ਕਿਉਂ ਹੋਈ ਸੀ। ਸੋ ਉਹਨੇ ਜਿਹੜਾ ਹੈ ਕੋਈ ਕਹਿ ਲਓ ਕਿ ਚੰਗੀ ਮਾੜੀ ਚੀਜ਼ ਖਾਧੀ ਗਈ ਆ। ਦੇਖੋ ਪੇਜ ਨੰਬਰ 41 ਦੇ ਉੱਪਰ ਬੇਟਾ ਡਾਕਟਰ ਦਾ ਹੀ ਪੁਆਇੰਟ ਹੈ। ਦੇਖੋ ਫਸਟ ਪੁਆਇੰਟ ਹੈ ਕੋਈ ਮਾੜੀ ਚੰਗੀ ਚੀਜ਼ ਖਾਧੀ ਗਈ ਹੈ। ਫਸਟ ਰੀਜ਼ਨ ਹੈ ਕਿ ਉਹਦੀ ਬਿਮਾਰੀ ਦਾ ਕਾਰਨ ਕੀ ਸੀ ਕਿ ਉਹਨੇ ਕੋਈ ਚੰਗੀ ਮਾੜੀ ਚੀਜ਼ ਖਾ ਲਈ ਸੀ, ਜਿਸ ਕਰਕੇ ਉਹਦਾ ਗਲਾ ਖਰਾਬ ਹੋਇਆ ਸੀ। ਠੀਕ ਹੈ, ਉਸ ਤੋਂ ਬਾਅਦ 42 ਪੇਜ ਨੰਬਰ 'ਤੇ ਦੇਖੋ ਲਾਸਟ ਪੁਆਇੰਟ ਹੈ ਕੋਈ ਮਾੜਾ ਚੰਗਾ ਘਿਓ ਖਾਧਾ ਗਿਆ ਹੈ ਤੇ ਗਲੇ ਪੈ ਗਏ ਨੇ। ਠੀਕ ਹੈ, ਉਸ ਤੋਂ ਬਾਅਦ ਜਿਹੜੀ ਆ ਬਿਮਲਾ ਕੀ ਦਾ ਮਜ਼ਾਕ ਕਰਦੀ ਸੀ ਕਿ ਉਹਨੇ ਸ਼ਾਇਦ ਪੂੜੀਆਂ ਕਚੌਰੀਆਂ ਖਾਧੀਆਂ ਹੋਣਗੀਆਂ, ਪਰ ਰਘੁਨਾਥ ਦੀ ਬਿਮਾਰੀ ਦਾ ਅਸਲ ਕਾਰਨ ਕੀ ਸੀ ਕਿ ਉਹ ਜਿਹੜਾ ਘਿਓ ਲੈ ਆਇਆ ਸੀ ਕੌਡੀਓਂ ਖੋਟਾ ਸੀ। ਪੇਜ ਨੰਬਰ 43 ਦੇ ਉੱਪਰ ਹੈ, ਉਹ ਕੌਡੀਓਂ ਖੋਟਾ ਸੀ, ਜਿਸ ਕਰਕੇ ਉਹਦੀ ਸਿਹਤ ਜਿਹੜੀ ਹੈ ਉਹ ਖਰਾਬ ਹੋਈ ਸੀ। ਸੋ ਇਹ ਸਾਰੇ ਪੁਆਇੰਟ ਤੁਸੀਂ ਬੇਟਾ ਇਹਦੇ ਵਿੱਚ ਲਿਖੋਗੇ ਕਿ ਰਘੁਨਾਥ ਨੂੰ ਤਕਲੀਫ ਜਿਹੜੀ ਹੈ ਉਹ ਕਿਉਂ ਹੋਈ ਸੀ। ਕੋਈ ਚੰਗੀ ਮਾੜੀ ਚੀਜ਼ ਖਾ ਲਈ ਸੀ, ਉਹਨੇ ਕੋਈ ਚੰਗਾ ਮਾੜਾ ਘਿਓ ਖਾਧਾ ਸੀ, ਸ਼ਾਇਦ ਜਿਹੜਾ ਘਿਓ ਲਿਆਇਆ ਸੀ ਉਹ ਹੀ ਕੌਡੀਓਂ ਖੋਟਾ ਸੀ, ਉਹ ਅਸਲੀ ਘਿਓ ਲਿਆਇਆ ਸੀ ਪਰ ਉਹਦੇ ਵਿੱਚ ਬਨਸਪਤੀ ਦੀ ਮਿਲਾਵਟ ਸੀ। ਰਘੁਨਾਥ ਦੇ ਸੁਭਾਅ ਬਾਰੇ ਜਾਣਕਾਰੀ ਦਿਓ। ਇਹ ਬੇਟਾ ਰਘੁਨਾਥ ਦੀ ਪਾਤਰ ਉਸਾਰੀ ਹੈ, ਇਹ ਵੀ ਤੁਹਾਡੀ ਵਰਕਬੁੱਕ ਦੇ ਵਿੱਚ ਆਲਰੇਡੀ ਗਿਵਨ ਹੈ। ਠੀਕ ਹੈ, ਹੁਣ ਅੱਗੇ ਬੇਟਾ ਜਿਹੜੇ ਤੁਹਾਡੇ MCQ ਆ ਦੇਖੋ ਦੁਸ਼ਮਨ ਇਕਾਂਗੀ ਕਿਸ ਇਕਾਂਗੀਕਾਰ ਦੁਆਰਾ ਲਿਖੀ ਗਈ ਹੈ। ਇਹਦੇ 'ਚ ਰਾਈਟਰ ਦੱਸਣਾ ਬੇਟਾ ਗੁਰਚਰਨ ਸਿੰਘ ਜਸੂਜਾ। ਹੇਠ ਲਿਖਿਆਂ ਵਿੱਚੋਂ ਕਿਹੜੀ ਇਕਾਂਗੀ ਗੁਰਚਰਨ ਸਿੰਘ ਜਸੂਜਾ ਦੁਆਰਾ ਲਿਖੀ ਨਹੀਂ ਹੈ। ਇਹਦੇ 'ਚ ਬੇਟਾ ਆਪਸ਼ਨ ਨੰਬਰ 4 ਨੂੰ ਟਿਕ ਕਰਨਾ, ਚੁਰਸਤਾ। ਠੀਕ ਹੈ, ਅਸਲ ਵਿੱਚ ਇਕਾਂਗੀਕਾਰ ਨੇ ਦੇਸ਼ ਦੇ ਦੁਸ਼ਮਣ ਕਿਹਨਾਂ ਨੂੰ ਆਖਿਆ ਹੈ ਬੇਟਾ, ਮਿਲਾਵਟਖੋਰ ਦੁਕਾਨਦਾਰਾਂ ਨੂੰ। ਇਸ ਇਕਾਂਗੀ ਦਾ ਮੁੱਖ ਪਾਤਰ ਕੌਣ ਹੈ, ਰਘੁਨਾਥ। ਬਿਮਲਾ ਰਿਸ਼ਤੇ ਵਿੱਚ ਰਘੁਨਾਥ ਦੀ ਕੀ ਲੱਗਦੀ ਹੈ, ਸਾਲੀ। ਰਘੁਨਾਥ ਨੂੰ ਇਕਾਂਗੀ ਦੇ ਸ਼ੁਰੂ ਵਿੱਚ ਕੀ ਲੱਗ ਜਾਂਦੀ ਹੈ, ਆਪਸ਼ਨ ਨੰਬਰ 1 ਹੈ ਬੇਟਾ ਖੰਘ। ਰਘੁਨਾਥ ਦਾ ਕਿਹੜਾ ਕੰਮ ਸੀ, ਆਟੇ ਦਾਣੇ ਦਾ, ਆਟਾ ਦਾਣਾ ਜਿਹੜਾ ਹੈ ਪੀਸਣ ਦਾ ਕੰਮ ਕਰਦਾ ਸੀ ਉਹ। ਮਿਲਾਵਟਖੋਰ ਕਿਹਨਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ, ਆਮ ਲੋਕਾਂ ਦੀ ਸਿਹਤ ਨਾਲ ਬੱਚੇ। ਬਿਮਲਾ ਕਿਹੋ ਜਿਹੀ ਪਾਤਰ ਵਜੋਂ ਕਾਰਜ ਕਰਦੀ ਹੈ, ਮਖੌਲੀਆ ਪਾਤਰ, ਕਿਉਂਕਿ ਆਪਣੇ ਜੀਜੇ ਨੂੰ ਮਖੌਲ ਕਰਦੀ ਨਜ਼ਰ ਆਉਂਦੀ ਹੈ। ਠੀਕ ਹੈ, ਕਈ ਲੋਕ ਕੱਢਦੇ ਦੁੱਧ ਦੇ ਵਿੱਚ ਕੀ ਮਿਲਾ ਕੇ, ਦਹੀਂ ਜਮਾ ਕੇ ਘਿਓ ਕੱਢਦੇ ਆ ਬੇਟਾ, ਬਨਸਪਤੀ। ਬਨਸਪਤੀ ਮਤਲਬ ਡਾਲਡਾ ਘਿਓ।
ठीक है। सो ਅੱਗੇ ਜਿਹੜੇ ਆ ਇੱਕ ਦੋ ਵਾਕਾਂ ਵਾਲੇ ਇਹਦੇ 'ਚ ਦੁਸ਼ਮਣ ਇਕਾਂਗੀ ਦਾ ਵਿਸ਼ਾ ਬੇਟਾ ਤੁਹਾਨੂੰ ਮੈਂ ਦੱਸ ਦਿੱਤਾ ਆਲਰੇਡੀ, ਇਹ ਤੁਹਾਨੂੰ ਮੈਂ ਸੈਂਡ ਵੀ ਕਰ ਦੇਣਾ ਲਿੰਕ 'ਚ। ਦੁਸ਼ਮਣ ਇਕਾਂਗੀ ਵਿੱਚ ਕਿਹੜੀਆਂ ਮਿਲਾਵਟਾਂ ਹੋਣ ਦੀ ਗੱਲ ਕੀਤੀ ਗਈ ਆ? ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਮਿਲਾਵਟਾਂ ਹੋਣ ਦੀ ਗੱਲ ਕੀਤੀ ਗਈ ਹੈ ਬੇਟਾ, ਠੀਕ ਹੈ। ਖਾਣ ਪੀਣ ਵਾਲੀਆਂ ਜਿੱਦਾਂ ਕਿ ਚੈਪਟਰ ਦੇ ਵਿੱਚ ਦੱਸਿਆ ਹੋਇਆ ਆ, ਦੇਸੀ ਘਿਓ ਵਿੱਚ ਬਨਸਪਤੀ ਦੀ, ਦੁੱਧ ਦੇ ਵਿੱਚ ਪਾਣੀ ਦੀ, ਗੰਨੇ ਦੇ ਰਸ ਵਿੱਚ ਸਕਰੀਨ ਦੀ ਮਿਲਾਵਟ ਕੀਤੀ ਜਾਂਦੀ ਹੈ, ਹਲਦੀ ਵਿੱਚ ਗਾਚਨੀ ਮਿੱਟੀ, ਲੂਣ ਤੇ ਆਟੇ ਵਿੱਚ ਦੁੱਧ ਪੱਥਰੀ ਦੀ ਮਿਲਾਵਟ ਕੀਤੀ ਜਾਂਦੀ, ਕੌੜੇ ਤੇਲ ਵਿੱਚ ਅਲਸੀ ਦੇ ਬੀਜ, ਸ਼ਹਿਦ ਦੇ ਵਿੱਚ ਸੇਬ ਦੀਆਂ ਗਿਟਕਾਂ। ਇਹ ਸਾਰੀਆਂ ਮਿਲਾਵਟਾਂ ਜਿਹੜੀਆਂ ਤੁਹਾਡੇ ਚੈਪਟਰ ਦੇ ਵਿੱਚ ਆਈਆਂ ਆ, ਉਹ ਮਿਲਾਵਟਾਂ ਦਾ ਜ਼ਿਕਰ ਤੁਸੀਂ ਇਹਦੇ ਵਿੱਚ ਕਰਨਾ ਜਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਕੀਤੀਆਂ ਜਾਂਦੀਆਂ ਹੈ, ਠੀਕ ਹੈ। ਰਘੁਨਾਥ ਕਿਸ ਗੱਲ ਤੋਂ ਪਰੇਸ਼ਾਨ ਸੀ? ਇਹ ਤੁਹਾਨੂੰ ਮੈਂ ਦੱਸ ਦਿੱਤਾ ਬੇਟਾ। ਰਘੁਨਾਥ ਖੰਘ ਤੋਂ ਪਰੇਸ਼ਾਨ ਸੀ, ਖੰਘ ਕੇ ਉਹਦਾ ਬੁਰਾ ਹਾਲ ਸੀ, ਉਹਦੀ ਛਾਤੀ ਦੇ ਵਿੱਚ ਦਰਦ ਹੋ ਰਿਹਾ ਸੀ, ਉਹਨੂੰ ਸਾਹ ਵੀ ਚੰਗੀ ਤਰ੍ਹਾਂ ਨਹੀਂ ਸੀ ਆ ਰਿਹਾ, ਸਾਰੀ ਰਾਤ ਉਹਨੂੰ ਨੀਂਦ ਵੀ ਨਹੀਂ ਸੀ ਆਈ, ਤੇ ਜਦੋਂ ਡਾਕਟਰ ਨੇ ਚੈੱਕ ਕੀਤਾ ਸੀ ਤਾਂ ਪਤਾ ਲੱਗਾ ਸੀ ਕਿ ਉਹਦੇ ਬੜੇ ਸਖਤ ਗਲੇ ਪਏ ਆ। ਲੀਲਾ ਕਿਸ ਦੀ ਗੱਲ ਵਿੱਚ ਹਾਂ ਦੇ ਨਾਲ ਹਾਂ ਮਿਲਾਉਂਦੀ ਹੈ? ਸੋ ਲੀਲਾ ਜਿਹੜੀ ਹੈ ਬੇਟਾ ਉਹ ਹੈ ਰਘੁਨਾਥ ਦੀ ਪਤਨੀ। ਉਹ ਰਘੁਨਾਥ ਤੇ ਬਿਮਲਾ ਦੋਨਾਂ ਦੀ ਗੱਲ ਵਿੱਚ ਹਾਂ ਦੇ ਨਾਲ ਹਾਂ ਮਿਲਾਉਂਦੀ ਹੈ। ਕਦੋਂ ਮਿਲਾਉਂਦੀ ਹੈ ਬੇਟਾ? ਇਹਦਾ ਸਾਫ਼ ਰੈਫਰੈਂਸ ਆਇਆ ਤੁਹਾਡੀ ਬੁੱਕ ਦੇ ਵਿੱਚ, ਆ ਦੇਖੋ ਪੇਜ ਨੰਬਰ 43 ਦੇ ਉੱਪਰ। ਆ ਦੇਖੋ ਜਦੋਂ ਬਿਮਲਾ ਜਿਹੜੀ ਹੈ ਰਘੁਨਾਥ ਦੋਨੋਂ ਪਾਤਰ ਜਿਹੜੇ ਆ ਉਹ ਮਿਲਾਵਟਖੋਰ ਦੁਕਾਨਦਾਰਾਂ ਨੂੰ ਭੰਡਦੇ ਆ ਨਾ, ਤਾਂ ਉਦੋਂ ਜਿਹੜੀ ਹੈ ਲੀਲਾ ਉਹਨਾਂ ਦਾ ਸਾਥ ਦਿੰਦੀ ਆ ਕਿ ਸੱਚੀ ਦੁਨੀਆ ਗਰਕਨ ਤੇ ਆ ਗਈ, ਨਾਲੇ ਅੜੀਏ ਮੂੰਗਫਲੀ ਦੇ ਤੇਲ ਨੂੰ ਜਮਾ ਕੇ ਘਿਓ ਬਣਾ ਲੈਣਾ ਵੀ ਤਾਂ ਸਰਾਸਰ ਧੋਖੇਬਾਜ਼ੀ ਹੈ। ਦੇਖੋ ਫਿਰ ਲੀਲਾ ਜਿਹੜੀ ਉਹਨਾਂ ਦਾ ਸਾਥ ਦਿੰਦੀ ਹੈ ਜਦੋਂ ਰਘੁਨਾਥ ਜਿਹੜਾ ਹੈ ਇਹਨਾਂ ਦੁਕਾਨਦਾਰਾਂ ਨੂੰ ਦੇਸ਼ ਦੇ ਦੁਸ਼ਮਣ ਆਖਦਾ ਹੈ ਨਾ, ਤਾਂ ਲੀਲਾ ਫਿਰ ਜਿਹੜੀ ਹੈ ਬਿਮਲਾ ਦਾ, ਜਦੋਂ ਬਿਮਲਾ ਕਹਿੰਦੀ ਹੈ ਨਾ ਕਿ ਸਾਰੇ ਮੁਲਕ ਦੇ ਵਪਾਰੀ ਤਾਂ ਸੱਚੀ ਬੜੇ ਗਏ ਗੁਜ਼ਰੇ ਨੇ, ਰਘੁਨਾਥ ਵੀ ਇਹਨਾਂ ਨੂੰ ਦੁਸ਼ਮਣ ਆਖਦਾ, ਤਾਂ ਲੀਲਾ ਫਿਰ ਇਹਨਾਂ ਦੀ ਹਾਂ ਵਿੱਚ ਹਾਂ ਮਿਲਾਉਂਦੀ ਹੈ ਕਿ ਇਹ ਆ ਦੇਖੋ ਕਿ ਇਹੋ ਜਿਹੇ ਲੋਕਾਂ ਨਾਲ ਜਿੰਨੀ ਕੀਤੀ ਜਾਵੇ ਥੋੜ੍ਹੀ ਆ, ਟੁੱਟ ਪੈਣਿਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ, ਠੀਕ ਹੈ। ਸੋ ਜਿਹੜੀ ਲੀਲਾ ਹੈ ਉਹ ਰਘੁਨਾਥ ਤੇ ਬਿਮਲਾ ਦੋਨਾਂ ਦੀ ਹਾਂ ਵਿੱਚ ਹਾਂ ਮਿਲਾਉਂਦੀ ਹੈ। ਜਦੋਂ ਬਿਮਲਾ ਤੇ ਰਘੁਨਾਥ ਦੋਨੋਂ ਪਾਤਰ ਜਿਹੜੇ ਆ ਦੁਕਾਨਦਾਰਾਂ ਨੂੰ ਭੰਡਦੇ ਆ ਨਾ, ਕੋਸਦੇ ਆ ਤੇ ਉਹਨਾਂ ਨੂੰ ਦੇਸ਼ ਦੇ ਦੁਸ਼ਮਣ ਆਖਦੇ ਆ, ਤਾਂ ਉਸ ਸਮੇਂ ਜਿਹੜੇ ਆ ਨਾ ਲੀਲਾ ਇਹਨਾਂ ਦਾ ਸਾਥ ਦਿੰਦੀ ਹੈ, ਭਾਵ ਹਾਂ ਦੇ ਵਿੱਚ ਹਾਂ ਮਿਲਾਉਂਦੀ ਹੈ, ਠੀਕ ਹੈ। ਬਿਮਲਾ ਘਰ ਦੇ ਓਹੜ ਪੋਹੜ ਬਾਰੇ ਲੀਲਾ ਨੂੰ ਕੀ ਦੱਸਦੀ ਹੈ? ਕਿਹੜੇ ਕਿਹੜੇ ਦੇਸੀ ਇਲਾਜ ਦੱਸਦੀ ਹੈ? ਇਹ ਮੋਸਟਲੀ ਕੁਐਸਚਨ ਬੇਟਾ ਮੈਂ ਲਿਖੇ ਹੋਏ ਆ, ਇਸ ਕਰਕੇ ਮੈਂ ਤੁਹਾਨੂੰ ਜਸਟ ਓਰਲੀ ਦੱਸ ਰਹੀ ਹਾਂ ਤਾਂ ਕਿ ਤੁਸੀਂ ਪੜ੍ਹ ਲਓਗੇ ਉਹਦੇ 'ਚੋਂ। ਘਰੇਲੂ ਓੜ ਪੋੜ ਮਤਲਬ ਉਹ ਕੀ ਦੱਸਦੀ ਹੈ ਕਿ ਰਘੁਨਾਥ ਦੇ ਜਿਹੜੀ ਆ ਉਹ ਗਲੇ ਦੀ ਮਾਲਿਸ਼ ਕਰਨੀ ਚਾਹੀਦੀ ਹੈ, ਹੱਥਾਂ ਪੈਰਾਂ ਦੀਆਂ ਉਂਗਲੀਆਂ ਦੀ ਨਾੜਾਂ ਦੀ ਮਾਲਿਸ਼ ਕਰਨੀ ਚਾਹੀਦੀ ਹੈ, ਸ਼ਹਿਦ ਵਿੱਚ ਮਲੱਠੀ ਪਾ ਕੇ ਚਟਾ ਦੇਣੀ ਚਾਹੀਦੀ ਹੈ, ਚੂਰੀ ਬਣਾ ਕੇ ਖਵਾਉਣੀ ਚਾਹੀਦੀ ਆ, ਗਲੇ 'ਤੇ ਬਨਕਸ਼ਾ ਭਿਉਂ ਕੇ ਬੰਨ੍ਹ ਦੇਣਾ ਚਾਹੀਦਾ ਆ, ਠੀਕ ਹੈ, ਅਤੇ ਨਾਲੇ ਜਲੇਬੀਆਂ ਖਵਾਉਣੀਆਂ ਚਾਹੀਦੀਆਂ ਆ ਤਾਂ ਕਿ ਦਵਾਈ ਦੀ ਦਵਾਈ ਅਤੇ ਮਠਾਈ ਦੀ ਮਠਾਈ ਹੋ ਜਾਵੇ, ਠੀਕ ਹੈ। ਬਿਮਲਾ ਕੀ ਉਲਾਂਭਾ ਦੇਣ ਰਘੁਨਾਥ ਦੇ ਘਰ ਆਉਂਦੀ ਹੈ? ਇਹ ਤੁਹਾਨੂੰ ਮੈਂ ਸਮਝਾਤਾ ਆ, ਆਟੇ ਦਾ ਉਲਾਂਭਾ ਦੇਣ ਆਈ ਸੀ ਕਿਉਂਕਿ ਜਿਹੜਾ ਆਟਾ ਰਘੁਨਾਥ ਦੀ ਦੁਕਾਨ ਤੋਂ ਗਿਆ ਸੀ ਉਹਦੇ ਵਿੱਚ ਦੁੱਧ ਪੱਥਰੀ ਮਿਲੀ ਹੋਈ ਸੀ ਅਤੇ ਰੋਟੀ ਉਹਦੀ ਬਿਲਕੁਲ ਕਾਲੀ ਬਣਦੀ ਸੀ, ਠੀਕ ਹੈ। ਦੇਸੀ ਘਿਓ ਬਾਰੇ ਬਿਮਲਾ ਕੀ ਦੱਸਦੀ ਹੈ? ਸੋ ਬਿਮਲਾ ਦੱਸਦੀ ਹੈ ਕਿ ਲੋਕ ਬਨਸਪਤੀ ਵਿੱਚ ਹੀ ਦੇਸੀ ਘਿਓ ਦਾ ਸੈਂਟ ਮਿਲਾ ਕੇ ਦੇਸੀ ਘਿਓ ਬਣਾ ਲੈਂਦੇ ਹਨ। ਆਹ ਦੇਖੋ ਬੇਟਾ ਇਹਦਾ ਪੁਆਇੰਟ ਆਇਆ ਆ ਜਿਹੜਾ ਬਿਮਲਾ ਦੱਸਦੀ ਹੈ। ਆਹ ਦੇਖੋ ਬਿਮਲਾ, ਜੀਜਾ ਜੀ ਖੁਸ਼ਬੂ ਦੀ ਤਾਂ ਭਲੀ ਪੁੱਛਦੇ ਆ, ਜੇ ਪਰਸੋਂ ਮੇਰਾ ਦਿਓਰ ਪਿਆ ਦੱਸਦਾ ਸੀ ਕਿ ਅਸਲੀ ਘਿਓ ਦੀ ਖੁਸ਼ਬੂ ਦਾ ਵੀ ਇੱਕ ਸੈਂਟ ਬਣਿਆ ਹੋਇਆ ਹੈ ਜੋ ਨਿਰੇ ਬਨਸਪਤੀ ਵਿੱਚ ਹੀ ਮਿਲਾ ਦਿੰਦੇ ਨੇ। ਫਿਰ ਉਹ ਕੀ ਦੱਸਦੀ ਹੈ? ਆਹ ਦੇਖੋ, ਮੈਂ ਤਾਂ ਸੁਣਿਆ ਲੋਕੀ ਕੱਢਦੇ ਦੁੱਧ ਵਿੱਚ ਬਨਸਪਤੀ ਮਿਲਾ ਦਿੰਦੇ ਨੇ ਤੇ ਫਿਰ ਦਹੀਂ ਜਮਾ ਕੇ ਘਿਓ ਕੱਢ ਲੈਂਦੇ ਨੇ। ਸੋ ਇਹ ਦੋਨੋਂ ਪੁਆਇੰਟ ਜਿਹੜੇ ਆ ਬਿਮਲਾ ਦੱਸਦੀ ਹੈ ਕਿ ਜਿਹੜਾ ਹੈ ਅੱਜ ਕੱਲ੍ਹ ਨਕਲੀ ਦੇਸੀ ਘਿਓ ਬਣਾਉਂਦੇ ਨੇ, ਕੱਢਦੇ ਦੁੱਧ ਦੇ ਵਿੱਚ ਬਨਸਪਤੀ ਮਿਲਾ ਕੇ ਦਹੀਂ ਜਮਾ ਕੇ ਉਹਦਾ ਘਿਓ ਬਣਾ ਲੈਂਦੇ ਨੇ, ਜਾਂ ਫਿਰ ਸ਼ੁੱਧ ਦੇਸੀ ਘਿਓ ਦੇ ਵਿੱਚ ਹੀ ਜਿਹੜਾ ਹੈ ਉਹ ਕੀ ਮਿਲਾ ਦਿੰਦੇ ਨੇ? ਦੇਸੀ ਘਿਓ ਦੀ ਖੁਸ਼ਬੂ ਵਾਲਾ ਸੈਂਟ ਮਿਲਾ ਦਿੰਦੇ ਨੇ, ਠੀਕ ਹੈ। ਸੋ ਇਹ ਦੋਨੋਂ ਪੁਆਇੰਟ ਤੁਸੀਂ ਲਿਖਣੇ ਆ। ਰਘੁਨਾਥ ਅਨੁਸਾਰ ਸ਼ਹਿਦ ਵਿੱਚ ਕੀ ਮਿਲਾਵਟ ਕਰਕੇ ਵੇਚਦੇ ਨੇ? ਸ਼ਹਿਦ ਵਿੱਚ ਸੇਬਾਂ ਦਾ ਸੀਰਾ ਮਿਲਾ ਕੇ ਵੇਚਦੇ ਨੇ। ਕਿਉਂ? ਕਿਉਂਕਿ ਸ਼ਹਿਦ ਵਿੱਚ ਸੇਬਾਂ ਦਾ ਜਿਹੜੀਆਂ ਆ ਕੀ ਨਿਕਲੀਆਂ ਸੀ? ਗਿਟਕਾਂ ਨਿਕਲੀਆਂ ਸੀ, ਜਿੱਥੋਂ ਸਾਫ਼ ਪਤਾ ਲੱਗਦਾ ਸੀ ਕਿ ਸ਼ਹਿਦ ਦੇ ਵਿੱਚ ਸੇਬਾਂ ਦੇ ਸੀਰੇ ਦੀ ਮਿਲਾਵਟ ਕੀਤੀ ਗਈ ਹੈ, ਨਕਲੀ ਬਣਾਇਆ ਗਿਆ ਹੈ।
ਰਘੁਨਾਥ ਕਿਸ ਤਰ੍ਹਾਂ ਦੀ ਮਿਲਾਵਟ ਕਰਦਾ ਹੈ? ਰਘੁਨਾਥ ਨੇ ਬੇਟਾ ਕੀ ਮਿਲਾਵਟ ਕੀਤੀ ਸੀ? ਉਹਨੇ ਆਟੇ ਦੇ ਵਿੱਚ ਦੁੱਧ ਪੱਥਰੀ ਮਿਲਾ ਕੇ ਵੇਚਦਾ ਸੀ। ਇਹ ਕਦੋਂ ਪਤਾ ਲੱਗਦਾ ਆ? ਜਦੋਂ ਉਹਦੀ ਸਾਲੀ ਬਿਮਲਾ ਉਲਾਂਭਾ ਦੇਣ ਆਉਂਦੀ ਹੈ ਕਿ ਜਿਹੜਾ ਆਟਾ ਉਹਦੀ ਦੁਕਾਨ ਤੋਂ ਗਿਆ ਸੀ, ਉਹਦੀ ਰੋਟੀ ਬਿਲਕੁਲ ਕਾਲੀ ਚੁਆਤੀ ਬਣਦੀ ਸੀ, ਜਿਵੇਂ ਮਿੱਟੀ ਦੀਆਂ ਟਿੱਕੀਆਂ ਹੋਣ। ਕਿਹੜੀਆਂ ਚੀਜ਼ਾਂ ਵਿੱਚ ਕੀ ਮਿਲਾਵਟਾਂ ਕਰਕੇ ਦੁਕਾਨਦਾਰ ਵੇਚਦੇ ਆ? ਇਹ ਤੁਹਾਨੂੰ ਬੇਟਾ ਮੈਂ ਪਹਿਲਾਂ ਵੀ ਸਮਝਾਤਾ ਕੁਐਸਚਨ ਨੰਬਰ 2 ਦੇ ਵਿੱਚ ਕਿ ਸ਼ਹਿਦ ਦੇ ਵਿੱਚ ਸੇਬਾਂ ਦਾ ਸੀਰਾ, ਦੁੱਧ ਦੇ ਵਿੱਚ ਪਾਣੀ, ਗੰਨੇ ਦੇ ਰਸ ਵਿੱਚ ਸਕਰੀਨ, ਨਕਲੀ ਦਵਾਈਆਂ ਬਣਾਈਆਂ ਜਾਂਦੀਆਂ ਆ, ਠੀਕ ਹੈ। ਔਰ ਦੇਸੀ ਘਿਓ ਵਿੱਚ ਬਨਸਪਤੀ ਦੀ ਮਿਲਾਵਟ ਕਰ ਦਿੱਤੀ ਜਾਂਦੀ ਹੈ, ਹਲਦੀ ਵਿੱਚ ਗਾਚਨੀ ਮਿੱਟੀ ਮਿਲਾਈ ਜਾਂਦੀ ਹੈ, ਕੌੜੇ ਤੇਲ ਵਿੱਚ ਅਲਸੀ ਦੇ ਬੀਜ ਮਿਲਾਏ ਜਾਂਦੇ ਆ, ਨਮਕ ਤੇ ਆਟੇ ਵਿੱਚ ਦੁੱਧ ਪੱਥਰੀ ਮਿਲਾਈ ਜਾਂਦੀ। ਇਹ ਸਾਰੀਆਂ ਮਿਲਾਵਟਾਂ ਜਿਹੜੀਆਂ ਤੁਸੀਂ ਇਹਦੇ ਵਿੱਚ ਲਿਖਣੀਆਂ, ਠੀਕ ਹੈ। ਸੋ ਇਹ ਨਾਲ ਹੀ ਜਿਹੜੇ ਆ ਨੋਟਸ ਵੀ ਤੁਹਾਨੂੰ ਮੈਂ ਇਹਦੇ ਸੈਂਡ ਕਰ ਦੇਣੇ ਆ ਤਾਂ ਕਿ ਤੁਸੀਂ ਜਿਹੜੀ ਆ ਉਹ 'ਚੋਂ ਦੇਖ ਕੇ ਨਾਲ ਹੈਲਪ ਲੈ ਸਕੋ, ਠੀਕ ਹੈ। ਔਰ ਇਸ ਤੋਂ ਇਲਾਵਾ ਤੁਸੀਂ ਬੇਟਾ ਮੈਨੂੰ ਦੱਸਣਾ ਹੈ ਕਮੈਂਟ ਬਾਕਸ 'ਚ ਕਿ ਤੁਸੀਂ ਅੱਗੋਂ ਜਿਹੜਾ ਕਿਹੜਾ ਚੈਪਟਰ ਕਰਨਾ ਚਾਹੁੰਦੇ ਹੋ ਅਤੇ ਕਿਸ ਚੈਪਟਰ ਦੇ ਤੁਹਾਨੂੰ ਨੋਟਸ ਚਾਹੀਦੇ ਆ, ਠੀਕ ਹੈ। ਸੋ ਓਕੇ ਬੇਟਾ, ਥੈਂਕ ਯੂ ਸੋ ਮਚ।